ਧੰਨ ਧੰਨ ਜਗਤ ਗੁਰੂ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੀ ਗੁਰੂ ਰੂਪ ਪਿਆਰੀ ਸਾਧ ਸੰਗਤ ਜੀ। ਜੈ ਗੁਰਦੇਵ, ਧੰਨ ਗੁਰਦੇਵ। ਅੱਜ ਦੇ ਪਾਵਨ ਤੇ ਪਵਿੱਤਰ ਸ਼ਬਦ ਦੇ ਵਿੱਚ ਧੰਨ ਧੰਨ ਜਗਤ ਗੁਰੂ ਸਤਿਗੁਰੂ ਰਵਿਦਾਸ ਮਹਾਰਾਜ ਜੀ ਜੀਵਾਂ ਨੂੰ ਪਰਮਾਤਮਾ ਦੀ ਪ੍ਰਾਪਤੀ ਦਾ ਰਸਤਾ ਦੱਸਦੇ ਨੇ ਅਤੇ ਸਮਝਾ ਰਹੇ ਨੇ ਕਿ ਭਾਈ ਹਰ ਕੋਈ ਇਨਸਾਨ, ਹਰ ਕੋਈ ਜੀਵ ਸਵਰਗ ਦੇ ਵਿੱਚ ਜਾਣਾ ਚਾਹੁੰਦਾ ਆ। ਹਰ ਕੋਈ ਜੀਵ ਬੈਕੁੰਠ ਧਾਮ ਦੀ ਪ੍ਰਾਪਤੀ ਕਰਨਾ ਚਾਹੁੰਦਾ ਹੈ, ਪਰ ਸਾਧ ਸੰਗਤ ਜੀ ਆਪਣੇ ਮਨ ਤੇ ਕਾਬੂ ਕੋਈ ਵੀ ਨਹੀਂ ਜੇ ਪਾਣਾ ਚਾਹੁੰਦਾ। ਸਤਿਗੁਰੂ ਰਵਿਦਾਸ ਮਹਾਰਾਜ ਜੀ ਫਰਮਾਉਂਦੇ ਨੇ ਕਿ ਭਾਈ ਲਗਭਗ ਹਰ ਜੀਵ ਕਹਿੰਦਾ ਹੈ ਕਿ ਮੈਂ ਸਵਰਗ ਦੇ ਵਿੱਚ ਜਾਣਾ ਹੈ, ਤੇ ਇਸ ਲਈ ਉਹ ਕੋਈ ਪ੍ਰਮਾਤਮਾ ਦੇ ਨਾਮ ਦਾ ਸਹਾਰਾ ਲੈ ਕੇ ਉਸ ਦਾ ਸਿਮਰਨ ਕਰਦਾ ਹੈ, ਕੋਈ ਸਾਧੂ ਸੰਤਾਂ ਦੀ ਸੇਵਾ ਕਰਦਾ ਹੈ, ਕੋਈ ਦਾਨ ਪੁੰਨ ਕਰਦਾ ਹੈ। ਅਨੇਕਾਂ ਪ੍ਰਕਾਰ ਦੇ ਕਰਮ ਸਤਿਗੁਰੂ ਰਵਿਦਾਸ ਮਹਾਰਾਜ ਜੀ ਫਰਮਾਉਂਦੇ ਨੇ ਕਿ ਭਾਈ ਇਹ ਜੋ ਜੀਵ ਹੈ ਇਹ ਬੈਕੁੰਠ ਧਾਮ ਜਾਣ ਲਈ ਇਹ ਕਰ ਰਿਹਾ ਹੈ, ਪਰ ਫਿਰ ਵੀ ਇਸ ਦਾ ਜੋ ਸਫ਼ਰ ਹੈ ਉਹ ਪੂਰਾ ਨਹੀਂ ਜੇ ਹੁੰਦਾ, ਇਸ ਨੂੰ ਮੰਜ਼ਿਲ ਪ੍ਰਾਪਤ ਨਹੀਂ ਜੇ ਹੁੰਦੀ। ਤਾਂ ਸਾਧ ਸੰਗਤ ਜੀ ਸਤਿਗੁਰੂ ਜੀ ਸਮਝਾਉਂਦੇ ਨੇ ਕਿ ਭਾਈ ਸਭ ਤੋਂ ਪਹਿਲਾਂ ਸਾਨੂੰ ਇਹ ਜੋ ਮਨ ਹੈ ਇਹ ਕਾਬੂ ਕਰਨਾ ਪਵੇਗਾ, ਕਿਉਂਕਿ ਸਾਧ ਸੰਗਤ ਜੀ ਮਨ ਬੜਾ ਚੰਚਲ ਹੈ। ਜਦੋਂ ਤੱਕ ਅਸੀਂ ਆਪਣੇ ਮਨ ਤੇ ਕਾਬੂ ਨਹੀਂ ਜੇ ਪਾਉਂਦੇ, ਇਹ ਕਦੇ ਸਾਨੂੰ ਇਸ ਪਾਸੇ ਵੱਲ ਦੌੜਾ ਦਿੰਦਾ ਹੈ, ਕਦੇ ਦੂਸਰੇ ਪਾਸੇ ਵੱਲ ਦੌੜਾ ਦਿੰਦਾ ਹੈ। ਐਸਾ ਹੀ ਹਰ ਕਿਉਂ ਪਈਵਾ ਮਨ ਚੰਚਲ ਰਹਿ ਪਾਈ, ਚਪਲ ਭਇਓ ਚਹੁ ਦਿਸ ਤਾਵੈ ਰਾਖਿਓ ਰਹਾਈ ਟੇਕ। ਸਤਿਗੁਰੂ ਰਵਿਦਾਸ ਮਹਾਰਾਜ ਜੀ ਸਮਝਾਣਾ ਕਰਦੇ ਨੇ ਕਿ ਹੇ ਭਾਈ, ਜਿੰਨਾ ਚਿਰ ਤੇਰਾ ਮਨ ਚੰਚਲ ਹੈ ਓਨਾ ਚਿਰ ਤੈਨੂੰ ਪ੍ਰਭੂ ਦੀ ਪ੍ਰਾਪਤੀ ਕਿਵੇਂ ਹੋ ਸਕਦੀ ਹੈ। ਇਹ ਸਾਧ ਸੰਗਤ ਜੀ ਜੋ ਚੰਚਲ ਮਨ ਹੈ ਉਹ ਸਾਨੂੰ ਪ੍ਰਮਾਤਮਾ ਦੇ ਚਰਨਾਂ ਦੇ ਵਿੱਚ ਧਿਆਨ ਲਗਾਉਣ ਹੀ ਨਹੀਂ ਜੇ ਦਿੰਦਾ। ਉਹ ਸਾਨੂੰ ਵਹਿਮਾਂ ਭਰਮਾਂ ਡੰਬਰਾਂ ਪਖੰਡਾਂ ਤੋਂ ਛੁਟਕਾਰਾ ਪਾਣ ਹੀ ਨਹੀਂ ਜੇ ਦਿੰਦਾ। ਇਹ ਜੋ ਚੰਚਲ ਮਨ ਹੈ ਸਾਧ ਸੰਗਤ ਜੀ ਕਦੇ ਇਸ ਪਾਸੇ ਵੱਲ ਦੌੜਦਾ ਆ, ਕਦੇ ਉਸ ਪਾਸੇ ਵੱਲ ਦੌੜਦਾ ਹੈ, ਤੇ ਇਹ ਚੰਚਲ ਮਨ ਹੀ ਹੈ ਜੋ ਕਈ ਵਾਰ ਸਾਡੇ ਤੋਂ ਬੁਰੇ ਕਰਮ ਵੀ ਕਰਾ ਲੈਂਦਾ ਹੈ, ਸਾਡੇ ਮਨ ਦੇ ਵਿੱਚ ਬੁਰੇ ਖਿਆਲ ਆਉਂਦੇ ਨੇ। ਐਸਾ ਹੀ ਹਰ ਕਿਉਂ ਪਈਵੋ ਮਨ ਚੰਚਲ ਰਹਿ ਭਾਈ, ਚਪਲ ਪਿਓ ਚਹੁ ਦਿਸ ਤਾਵਿਓ ਰਾਖਿਓ ਰਹਾਈ ਟੇਕ। ਕਿ ਪ੍ਰਮਾਤਮਾ ਤੋਂ ਬਿਨਾਂ ਤੇਰੀ ਕਿਸੇ ਨੇ ਰੱਖਿਆ ਨਹੀਂ ਜੇ ਕਰਨੀ, ਭਾਵੇਂ ਤੂੰ ਚਾਰੇ ਪਾਸੇ ਘੁੰਮ ਲੈ। ਜਦੋਂ ਤੱਕ ਤੂੰ ਸਤਿਗੁਰੂ ਰਵਿਦਾਸ ਮਹਾਰਾਜ ਜੀ ਫਰਮਾਉਂਦੇ ਨੇ ਇਸ ਮਨ ਨੂੰ ਕਾਬੂ ਨਹੀਂ ਜੇ ਕਰਦਾ, ਇਸ ਮਨ ਨੇ ਤੈਨੂੰ ਭਟਕਾਈ ਹੀ ਰੱਖਣਾ। ਸਾਧ ਸੰਗਤ ਜੀ ਸਾਡੀ ਭਟਕਣਾ ਕਦੇ ਖਤਮ ਨਹੀਂ ਜੇ ਹੋਣੀ। ਇਸ ਮਨ ਦੇ ਵਿੱਚ ਹੀ ਚੰਗੇ ਖਿਆਲ ਆਉਂਦੇ ਨੇ, ਇਸ ਮਨ ਦੇ ਵਿੱਚ ਹੀ ਮਾੜੇ ਖਿਆਲ ਆਉਂਦੇ ਨੇ। ਤੇ ਵਿਚਾਰਨ ਵਾਲੀ ਗੱਲ ਹੈ ਸਾਧ ਸੰਗਤ ਜੀ ਕਿ ਬਹੁਤੀ ਵਾਰ ਹੁੰਦਾ ਹੈ ਕਿ ਸਾਡੇ ਮਨ ਦੇ ਵਿੱਚ ਖਿਆਲ ਆਉਂਦੇ ਨੇ ਵੀ ਆਪਾਂ ਇਹ ਕਰਮ ਕਰ ਲੈਂਦੇ, ਕਿਹੜਾ ਕੋਈ ਕਿਸੇ ਨੂੰ ਪਤਾ ਲੱਗਦਾ ਆ। ਪਰ ਸਤਿਗੁਰੂ ਜੀ ਫਰਮਾਉਂਦੇ ਨਾ ਉਹ ਚੱਲਿਆ, ਉਹ ਪਰਮ ਪਿਤਾ ਪਰਮਾਤਮਾ ਹਮੇਸ਼ਾ ਦੇਖਦਾ ਰਹਿੰਦਾ ਹੈ। ਅਸੀਂ ਦੁਨੀਆ ਤੋਂ ਆਪਣੇ ਮਾੜੇ ਕਰਮ ਛੁਪਾ ਸਕਦੇ ਹਾਂ, ਪਰ ਉਹ ਪਰਮ ਪਿਤਾ ਪਰਮਾਤਮਾ ਦੀ ਨਿਗਾਹ ਤੋਂ ਅਸੀਂ ਮਾੜੇ ਕਰਮ ਨਹੀਂ ਜੇ ਛੁਪਾ ਸਕਦੇ। ਇਹ ਸਾਡਾ ਮਨ ਹੀ ਹੈ ਸਾਧ ਸੰਗਤ ਜੀ ਜੋ ਸੋਚਦਾ ਆ ਕਿ ਕਿਹੜਾ ਕੋਈ ਦੇਖਦਾ ਹੈ। ਮਾੜੇ ਕਰਮ ਕਰਨ ਲੱਗਿਆ ਇਹ ਸਾਨੂੰ ਹੋਰ ਮਜ਼ਬੂਤ ਕਰ ਦਿੰਦਾ ਹੈ। ਪਰ ਸਾਧ ਸੰਗਤ ਜੀ ਜੇ ਅਸੀਂ ਗੁਰੂਆਂ ਦੀ ਗੁਰਬਾਣੀ ਪੜ੍ਹਦੇ ਹਾਂ, ਜੇ ਅਸੀਂ ਗੁਰੂਆਂ ਦੇ ਦਿਖਾਏ ਮਾਰਗ ਤੇ ਚੱਲਦੇ ਹਾਂ, ਤਾਂ ਸਾਡੇ ਮਨ ਦੇ ਵਿੱਚ ਇੱਕ ਅਵਸਥਾ ਬਣਦੀ ਹੈ ਕਿ ਭਾਈ ਅਸੀਂ ਮਾੜਾ ਕਰਮ ਕਦੇ ਨਹੀਂ ਕਰਨਾ, ਕਿਉਂਕਿ ਉਹ ਪਰਮ ਪਿਤਾ ਪਰਮਾਤਮਾ ਹਮੇਸ਼ਾ ਦੇਖਦਾ ਰਹਿੰਦਾ ਹੈ। ਜੇਕਰ ਸਾਧ ਸੰਗਤ ਜੀ ਇਹ ਅਵਸਥਾ ਲੈ ਕੇ ਅਸੀਂ ਇਹ ਸੋਚ ਲੈ ਕੇ ਆਪਣੀ ਜ਼ਿੰਦਗੀ ਬਤੀਤ ਕਰਦੇ ਆ, ਸਤਿਗੁਰੂ ਰਵਿਦਾਸ ਮਹਾਰਾਜ ਜੀ ਫਰਮਾਉਂਦੇ ਭਾਈ ਪਰਮਾਤਮਾ ਬਹੁਤਾ ਦੂਰ ਨਹੀਂ ਹੈ। ਕਹਿ ਰਵਿਦਾਸ ਹਾਥ ਪੈਨੇ ਰਹਿ ਸਹਿਜ ਹੋਏ ਸੋ ਹੋਏ। ਕਿ ਭਾਈ ਚੰਗੇ ਮਾੜੇ ਕਰਮ ਕਰਨ ਤੋਂ ਪਹਿਲਾਂ ਸੋਚ ਲਿਆ ਕਰ ਕਿ ਉਹ ਸਾਰੀ ਦੁਨੀਆ ਦਾ ਮਾਲਕ ਤੇਰੇ ਅੰਦਰ ਹੀ ਤਾਂ ਬੈਠਾ ਹੈ, ਜੋ 24 ਘੰਟੇ ਤੈਨੂੰ ਦੇਖ ਰਿਹਾ ਹੈ। ਇਹ ਸਾਧ ਸੰਗਤ ਜੀ ਸਾਨੂੰ ਲੱਗਦਾ ਹੈ, ਸਾਡੇ ਮਨ ਨੂੰ ਲੱਗਦਾ ਹੈ
ਕਿ ਜਦੋਂ ਅਸੀਂ ਕੋਈ ਬੁਰਾ ਕਰਮ ਕਰਦੇ ਹਾਂ ਕੋਈ ਨਹੀਂ ਜੇ ਦੇਖ ਰਿਹਾ, ਨਾ ਉਹ ਚੱਲਿਆ, ਉਹ ਪਰਮ ਪਿਤਾ ਪ੍ਰਮਾਤਮਾ ਹਮੇਸ਼ਾ ਤੇਰੇ ਕਰਮਾਂ ਦਾ ਹਿਸਾਬ ਕਿਤਾਬ ਰੱਖਦਾ ਹੈ। ਐਸਾ ਹੀ ਹਰ ਕਿਉਂ ਪਈਵੋ ਮਨ ਚੰਚਲ ਰਹਿ ਪਾਈ, ਚਪਲ ਭਇਓ ਚਹੁ ਦਿਸ ਤਾਵਿਓ ਰਾਖਿਓ ਰਹਾਏ। ਟੇਕ ਮੈਂ ਮੇਰੀ ਛੂਟੀ ਨਾ ਕਬਹੂ, ਮੈਂ ਮਮਤਾ ਮਦ ਬਿਦਿਓ, ਲੋਭ ਮੋਹ ਮੈਂ ਰਿਓ ਰਜਾਨੋ, ਨਿਤ ਵਿਸ਼ਿਆ ਰਸ ਰਿਜਿਓ। ਅੱਗੇ ਸਤਿਗੁਰੂ ਰਵਿਦਾਸ ਮਹਾਰਾਜ ਜੀ ਸਮਝਾਣਾ ਕਰਦੇ ਨੇ ਕਿ ਭਾਈ ਇਹ ਬੈਕੁੰਠ ਧਾਮ ਦੀ ਪ੍ਰਾਪਤੀ ਕਰਨਾ ਚਾਹੁੰਦਾ ਹੈ, ਇਹ ਸੱਚ ਦੀ ਪ੍ਰਾਪਤੀ ਕਰਨਾ ਚਾਹੁੰਦਾ ਹੈ, ਪਰ ਸਾਧ ਸੰਗਤ ਜਿਸ ਦੇ ਮਨ ਦੇ ਵਿੱਚੋਂ ਮੈਂ ਨਹੀਂ ਜੇ ਖਤਮ ਹੁੰਦੀ। ਤੇ ਗੁਰਬਾਣੀ ਦਾ ਫਰਮਾਨ ਹੈ, ਸਤਿਗੁਰੂ ਰਵਿਦਾਸ ਮਹਾਰਾਜ ਜੀ ਦਾ ਫਰਮਾਨ ਹੈ, ਜਬ ਹਮ ਹੋਤੇ ਤਬ ਤੂ ਨਾਹੀ, ਅਬ ਤੂ ਹੀ ਮੈਂ ਨਾਹੀ। ਕਿ ਭਾਈ ਜਦੋਂ ਤੱਕ ਸਾਡੇ ਮਨ ਦੇ ਵਿੱਚ ਸਾਧ ਸੰਗਤ ਜੀ ਕਿਸੇ ਵੀ ਪ੍ਰਕਾਰ ਦਾ ਹੰਕਾਰ ਹੋਵੇ, ਜਦੋਂ ਤੱਕ ਹੰਕਾਰ ਹੈ, ਸਾਨੂੰ ਸੱਚ ਦੀ ਪ੍ਰਾਪਤੀ ਹੋਈ ਨਹੀਂ ਜੀ ਸਕਦੀ। ਇਹ ਗੁਰੂਆਂ ਦਾ ਫਰਮਾਨ ਹੈ, ਜਬ ਹਮ ਹੋਤੇ ਤਬ ਤੂ ਨਾਹੀ। ਕਿ ਹੇ ਜੀਵ, ਜਦੋਂ ਤੱਕ ਤੇਰੇ ਮਨ ਦੇ ਵਿੱਚ ਹੰਕਾਰ ਹੈ, ਮੈਂ ਹੈ, ਕਿਸੇ ਵੀ ਪ੍ਰਕਾਰ ਦੀ ਮੈਂ ਹੋਵੇ, ਚਾਹੇ ਆਪਣੇ ਗਿਆਨ ਤੇ ਹੰਕਾਰ ਹੋਵੇ, ਚਾਹੇ ਆਪਣੇ ਧਨ ਦੌਲਤ ਤੇ ਜਾਇਦਾਦ ਤੇ, ਆਪਣੇ ਸਰੀਰ ਤੇ ਹੰਕਾਰ, ਸਾਧ ਸੰਗਤ ਜੀ ਹਰ ਪ੍ਰਕਾਰ ਦਾ ਹੰਕਾਰ ਜੋ ਹੁੰਦਾ ਹੈ, ਸਾਧ ਸੰਗਤ ਜੀ ਸਤਿਗੁਰੂ ਜੀ ਫਰਮਾਉਂਦੇ ਭਾਈ ਮਾੜਾ ਹੁੰਦਾ ਹੈ, ਸਾਨੂੰ ਪ੍ਰਮਾਤਮਾ ਦੀ ਪ੍ਰਾਪਤੀ ਨਹੀਂ ਜੀ ਹੋਣ ਦਿੰਦਾ, ਸਾਨੂੰ ਸੱਚ ਦੀ ਪ੍ਰਾਪਤੀ ਨਹੀਂ ਜੀ ਹੋਣ ਦਿੰਦਾ। ਇਸ ਲਈ ਸਤਿਗੁਰੂ ਜੀ ਸਾਨੂੰ ਸਮਝਾ ਰਹੇ ਨੇ, ਮੈਂ ਮੇਰੀ ਛੂਟੀ ਨਾ ਕਬਹੂ, ਮੈਂ ਮਮਤਾ ਮਦ ਬਿਦਿਓ। ਕਿ ਹੇ ਜੀਵ, ਤੂੰ ਜਾਣਾ ਤਾਂ ਬੈਕੁੰਠ ਧਾਮ ਚਾਹੁੰਦਾ ਹੈ, ਪਰ ਤੇਰੇ ਮਨ ਦੇ ਵਿੱਚੋਂ ਮੈਂ ਕਦੇ ਨਹੀਂ ਜੇ ਜਾਂਦੀ। ਮਾਟੀ ਕੋ ਪੁੱਤਰਾ ਕੈਸੇ ਨਚਤ ਹੈ, ਦੇਖੈ ਦੇਖੈ ਸੁਨੈ ਬੋਲੇ ਦੋਹਰਿਓ ਫਿਰਤ ਹੈ। ਜਬ ਕਛ ਪਾਵੈ ਤਬ ਗਰਭ ਕਰਤ ਹੈ, ਮਾਇਆ ਗਈ ਤਬ ਰੋਵਣ लगत है। कि भाई ये जो मिट्टी का पुत्रा है साध संगत जी, ये सारी उम्र ये माया दे पिछे भज्जा फिरदा रहिंदा है। ये घर-बार मेरा, ये परिवार मेरा। ते साध संगत जी माया कमाउण वास्ते तां कई बार ठगियां भी करदा है, बेईमानियां करदा है, दूसरिਆਂ ਨੂੰ ਧੋਖਾ ਦਿੰਦਾ है। पर जान लगे सतगुरु जी फरमांदे भाईए नाल कुछ भी नहीं जे लैके जांदा। ते जदों इस नूं कुछ प्राप्त हुंदा बड़ा हंकार करदा है, ਉਹੀ ਵਸਤੂ ਜਦੋਂ ਇਸ ਤੋਂ ਦੂਰ ਹੁੰਦੀ ਹੈ ਰੋਂਦਾ ਹੈ, ਕੁਰਲਾਉਂਦਾ ਹੈ। ਇਹ ਸਾਧ ਸੰਗਤ ਜੀ ਤਾਂ ਹੁੰਦਾ ਹੈ ਕਿਉਂਕਿ ਅਸੀਂ ਆਪਣੇ ਮਨ ਨੂੰ ਕਦੇ ਕਾਬੂ ਕੀਤਾ ਹੀ ਨਹੀਂ। ਤੇ ਯਾਦ ਰੱਖਣਾ ਸਾਧ ਸੰਗਤ ਜੀ, ਜਦੋਂ ਵੀ ਅਸੀਂ ਕੋਈ ਚੰਗਾ ਮਾੜਾ ਕਰਮ ਕਰਦੇ ਆ ਨਾ, ਸਾਡੇ ਅੰਦਰੋਂ ਹਮੇਸ਼ਾ ਹੀ ਆਵਾਜ਼ ਆਉਂਦੀ ਹੈ। ਜਦੋਂ ਅਸੀਂ ਮਾੜਾ ਕਰਮ ਕਰਦੇ ਆ, ਸਾਡਾ ਜੋ ਮਨ ਹੈ ਉਹ ਇੱਕ ਵਾਰ ਜ਼ਰੂਰ ਰੋਕਦਾ ਹੈ। ਸਾਡੇ ਅੰਦਰ ਜੋ ਆਵਾਜ਼ ਆਉਂਦੀ ਹੈ ਨਾ, ਉਹ ਪਰਮ ਪਿਤਾ ਪ੍ਰਮਾਤਮਾ ਦੀ, ਕਿ ਹੇ ਜੀਵ ਤੂੰ ਇਹ ਕੰਮ ਨਾ ਕਰ। ਇਹ ਸਾਧ ਸੰਗਤ ਜੀ ਸੱਚ ਹੈ। ਗੁਰ ਕਰਨਾ, ਜਦੋਂ ਵੀ ਸਾਡੇ ਮਨ ਦੇ ਵਿੱਚ ਬੁਰੇ ਖਿਆਲ ਆਉਂਦੇ ਨੇ, ਅਸੀਂ ਮਾੜੇ ਕਰਮ ਕਰਦੇ ਹਾਂ, ਉਹ ਪ੍ਰਮਾਤਮਾ ਆਵਾਜ਼ ਜ਼ਰੂਰ ਮਾਰਦਾ ਹੈ ਕਿ ਭਾਈ ਇਹ ਕੰਮ ਨਾ ਕਰ, ਇਸ ਦੇ ਬਹੁਤ ਮਾੜੇ ਨਤੀਜੇ ਨਿਕਲਣਗੇ। ਪਰ ਜੋ ਬੁਰੀ ਆਵਾਜ਼ ਹੈ ਸਾਧ ਸੰਗਤ ਜੀ, ਜੋ ਸਾਡੇ ਮਨ ਦਾ ਬੁਰਾ ਪਾਸਾ ਹੈ, ਸਾਡੇ ਅੰਦਰੋਂ ਇੱਕ ਆਵਾਜ਼ ਇਹ ਵੀ ਆਉਂਦੀ ਹੈ ਕਿ ਭਾਈ ਕੋਈ ਨਹੀਂ, ਦੇਖੀ ਜਾਊਗੀ, ਇਹ ਕੰਮ ਅਸੀਂ ਕਰ ਹੀ ਲੈਂਦੇ ਹਾਂ, ਇਹ ਮਾੜਾ ਕਰਮ ਕਰ ਲੈਂਦੇ ਹਾਂ। ਹੁਣ ਇਹ ਸਾਡੇ ਤੇ ਨਿਰਭਰ ਕਰਦਾ ਕਿ ਸਾਧ ਸੰਗਤ ਜੀ ਅਸੀਂ ਪ੍ਰਮਾਤਮਾ ਦੀ ਆਵਾਜ਼ ਸੁਣਨੀ ਹੈ ਜਾਂ ਮਨ ਦੀ ਆਵਾਜ਼ ਸੁਣਨੀ ਹੈ। ਜਦੋਂ ਵੀ ਅਸੀਂ ਕੋਈ ਚੰਗਾ ਮਾੜਾ ਕਰਮ ਕਰਦੇ ਹਾਂ, ਜੋ ਪ੍ਰਮਾਤਮਾ ਦੀ ਆਵਾਜ਼ ਉਹ ਸਾਨੂੰ ਚੰਗੇ ਪਾਸੇ ਲੈ ਕੇ ਜਾਂਦੀ ਹੈ। ਜੋ ਮਨ ਦੀ ਆਵਾਜ਼ ਹੈ ਸਾਧ ਸੰਗਤ ਜੀ, ਕਿਤੇ ਨਾ ਕਿਤੇ ਸਾਨੂੰ ਭਟਕਾਉਂਦੀ ਹੈ, ਭਟਕਾਉਂਦੀ ਹੈ। ਪਰ ਇਹ ਸੁਣਨਾ ਅਸੀਂ ਹੈ ਸਾਧ ਸੰਗਤ ਜੀ, ਜੇ ਸਾਡੀ ਸੰਗਤ ਚੰਗੀ ਹੈ, ਜੇ ਅਸੀਂ ਗੁਰਬਾਣੀ ਨਾਲ ਜੁੜੇ ਹੋਏ ਹਾਂ, ਜੇ ਅਸੀਂ ਸਤਿਗੁਰੂ ਰਵਿਦਾਸ ਮਹਾਰਾਜ ਜੀ ਨੂੰ ਗੁਰੂ ਮੰਨਿਆ ਆ, ਫਿਰ ਅਸੀਂ ਮਾੜੇ ਕਰਮਾਂ ਨੂੰ ਤਿਆਗ ਕੇ ਚੰਗੇ ਕਰਮਾਂ ਵੱਲ ਵਧਾਂਗੇ। ਮੈਂ ਮੇਰੀ ਛੂਟੀ ਨਾ ਕਬਹੂ, ਮੈਂ ਮਮਤਾ ਮਦ ਬਿਦਿਓ, ਲੋਭ ਮੋਹ ਮੈਂ ਰਿਓ ਰਜਾਨੋ, ਨਿਤ ਵਿਸ਼ਿਆ ਰਸ ਰਿਜਿਓ। ਕਿ ਭਾਈ ਇਹ ਲੋਭ ਅਤੇ ਮੋਹ ਦੇ ਵਿੱਚ ਉਲਝਿਆ ਹੋਇਆ ਆ, ਇਹ ਲੋਭ ਕਰਕੇ ਭਰਾ ਨੂੰ ਧੋਖਾ ਦੇ ਰਿਹਾ ਸਾਧ ਸੰਗਤ ਜੀ। ਆ ਲੋਭ ਕਰਕੇ ਹੀ ਹੈ ਸਾਧ ਸੰਗਤ ਜੀ, ਬਹੁਤ ਸਾਰੇ ਲੋਕ ਨੇ ਜੋ ਪੰਜਾਬ ਦੇ ਵਿੱਚ ਨਸ਼ੇ ਵੇਚ ਰਹੇ ਨੇ, ਸਾਡੇ ਜਵਾਨ ਧੀਆਂ ਪੁੱਤਾਂ ਨੂੰ ਮਾਰ ਰਹੇ ਨੇ। ਇਹ ਲਾਲਚ ਹੀ ਹੈ ਸਾਧ ਸੰਗਤ ਜੀ। ਨਹੀਂ ਤਾਂ ਬਹੁਤੇ ਐਸੇ ਮਹਾਨ ਪੁਰਸ਼ ਨੇ ਜੋ ਸਵੇਰੇ ਦਿਹਾੜੀ ਕਰਦੇ ਨੇ ਸਾਧ ਸੰਗਤ ਜੀ, ਸ਼ਾਮ ਨੂੰ ਆਪਣੇ ਪਰਿਵਾਰ ਨੂੰ ਰੋਟੀ ਖਵਾਉਂਦੇ ਨੇ, ਆਪਣੇ ਖੂਨ ਪਸੀਨੇ ਦੀ ਕਮਾਈ ਦੇ ਨਾਲ ਸਾਧ ਸੰਗਤ ਜੀ ਆਪਣੇ ਬੱਚਿਆਂ ਨੂੰ ਰੋਟੀ ਖਵਾਉਂਦੇ ਨੇ, ਤੇ ਬੜੇ ਸੁਖੀ ਵੀ ਨਹੀਂ ਰਹਿੰਦੇ ਨੇ।
ਬੜੇ ਖੁਸ਼ੀ-ਖੁਸ਼ੀ ਆਪਣੇ ਪਰਿਵਾਰ ਨਾਲ ਬੈਠਦੇ ਨੇ ਸਾਧ ਸੰਗਤ ਜੀ, ਉਹਨਾਂ ਦੇ ਬੱਚੇ ਤਰੱਕੀਆਂ ਵੀ ਮਾਣਦੇ ਨੇ। ਪਰ ਬਹੁਤੇ ਜੀਵ ਐਸੇ ਨੇ ਸਾਧ ਸੰਗਤ ਜੀ, ਜੋ ਨਸ਼ਾ ਵੇਚ ਕੇ, ਕੋਈ ਸ਼ਰਾਬਾਂ ਵੇਚ ਰਿਹਾ ਜਾਂ ਕੋਈ ਜ਼ਹਿਰ ਵੇਚ ਰਿਹਾ ਹੈ ਸਾਧ ਸੰਗਤ ਜੀ, ਫਿਰ ਵੀ ਉਹਨਾਂ ਦੇ ਪਰਿਵਾਰਾਂ ਦੇ ਵਿੱਚ ਖੁਸ਼ੀ ਨਹੀਂ ਨੇ। ਆ ਤੁਸੀਂ ਸਮਾਜ ਦੇ ਵਿੱਚ ਨਿਗਾਹ ਮਾਰਨਾ, ਬਹੁਤੇ ਜੀਵ ਨੇ ਜੋ ਪੰਜਾਬ 'ਚ ਨਸ਼ਾ ਵੇਚਦੇ ਨੇ, ਪਰ ਸਾਧ ਸੰਗਤ ਜੀ ਸੁਖੀ ਕੋਈ ਵੀ ਨਹੀਂ ਨੇ। ਕਿਉਂਕਿ ਕਿਸੇ ਦੇ ਜਵਾਨ ਧੀ ਪੁੱਤ ਨੂੰ ਮਾਰਨਾ, ਨਸ਼ਾ ਵੇਚਣਾ, ਦੂਸਰੇ ਦੇ ਧੀਆਂ ਪੁੱਤਾਂ ਨੂੰ ਨਸ਼ੇ ਤੇ ਲਗਾਉਣਾ ਸਾਧ ਸੰਗਤ ਜੀ, ਇਹ ਕੋਈ ਚੰਗਾ ਕਰਮ ਨਹੀਂ ਹੈ। ਤੇ ਸਤਿਗੁਰੂ ਰਵਿਦਾਸ ਮਹਾਰਾਜ ਜੀ ਫਰਮਾਉਂਦੇ ਨੇ, ਮਾਟੀ ਕੋ ਪੁੱਤਰਾ ਕੈਸੇ ਨਚਤ ਹੈ, ਦੇਖੈ ਦੇਖੈ ਸੁਨੈ ਬੋਲੇ ਦੋਰਿਓ ਫਿਰਤ ਹੈ। ਜਬ ਕਛ ਪਾਵੈ ਤਬ ਗਰਭ ਕਰਤ ਹੈ, ਮਾਇਆ ਗਈ ਤਬ ਰੋਵਣ ਲਗਤ ਹੈ। ਕਿ ਭਾਈ ਜਦੋਂ ਇਹ ਬਹੁਤੇ ਪੈਸੇ ਕਮਾ ਲੈਂਦਾ, ਬੜਾ ਹੰਕਾਰ ਕਰਦਾ ਆ, ਉਹੀ ਮਾਇਆ ਜਦੋਂ ਇਸ ਤੋਂ ਦੂਰ ਹੁੰਦੀ ਹੈ ਸਾਧ ਸੰਗਤ ਜੀ, ਰੋਂਦਾ ਹੈ, ਕੁਰਲਾਉਂਦਾ ਹੈ। ਲੋਭ ਮੋਹ ਮੈਂ ਰਿਓ ਰਜਾਨੋ ਨਿਤ ਵਿਚਾਰ ਸ੍ਰਿਜੋ। ਤੇ ਭਾਈ ਸਾਰੀ ਉਮਰੇ ਐਸੇ ਚੱਕਰ ਦੇ ਵਿੱਚ ਆਪਣੀ ਜੋ ਜ਼ਿੰਦਗੀ ਆ ਗਵਾ ਲੈਂਦਾ ਹੈ। ਤੇ ਸਾਧ ਸੰਗਤ ਜੀ ਯਾਦ ਰੱਖਣਾ, ਅਸੀਂ ਇੱਥੇ ਕੋਈ ਕਮਾਈਆਂ ਕਰਨ ਨਹੀਂ ਜੇ ਆਏ। ਇਹ ਚੰਗੀ ਗੱਲ ਹੈ ਸਾਧ ਸੰਗਤ ਜੀ ਕਿ ਅਸੀਂ ਮਿਹਨਤ ਕਰਨੀ ਹੈ। ਸਤਿਗੁਰਾਂ ਨੇ ਵੀ ਸਾਨੂੰ ਇਹੀ ਸਿਖਾਇਆ ਕਿ ਭਾਈ ਹੱਥਾਂ ਨਾਲ ਅਸੀਂ ਇਮਾਨਦਾਰੀ ਦੀ ਰੋਟੀ ਕਮਾਣੀ ਹੈ। ਪਰ ਸਾਧ ਸੰਗਤ ਜੀ, ਰੋਟੀ ਅਸੀਂ ਇਮਾਨਦਾਰੀ ਦੀ ਕਮਾਣੀ ਹੈ ਤੇ ਬੇਈਮਾਨੀਆਂ ਅਸੀਂ ਨਹੀਂ ਜੇ ਕਰਨੀਆਂ। ਇਹ ਸਾਨੂੰ ਗੁਰੂਆਂ ਨੇ ਵੀ ਰੋਕਿਆ ਹੈ ਸਾਧ ਸੰਗਤ ਜੀ। ਅਸੀਂ ਇਸ ਸਮਾਜ ਨੂੰ ਬੇਗਮਪੁਰਾ ਬਣਾਉਣਾ ਹੈ, ਤੇ ਬੇਗਮਪੁਰਾ ਬਣੇਗਾ ਕਿਵੇਂ? ਅਗਰ ਅਸੀਂ ਚੰਗੇ ਕਰਮ ਕਰਦੇ ਹਾਂ। ਬੇਗਮਪੁਰਾ ਸ਼ਹਿਰ ਕੋ ਨਾਉ, ਦੁਖਨ ਦੋ ਨਹੀਂ ਤੈਠਾਓ। ਤੇ ਸਾਧ ਸੰਗਤ ਜੀ, ਜੇਕਰ ਅਸੀਂ ਬਹੁਤੇ ਲਾਲਚੀ ਹੋ ਜਾਵਾਂਗੇ, ਇਹ ਲਾਲਚ ਕਰਕੇ ਭਰਾ ਭਰਾ ਨੂੰ ਮਾਰ ਰਿਹਾ ਆ, ਸਗੇ ਸਗਿਆਂ ਨੂੰ ਧੋਖਾ ਦੇ ਰਹੇ ਨੇ। ਬਹੁਤੇ ਲੋਕ ਨੇ ਜੋ ਲੋਕਾਂ ਦੀ ਜਾਨਾਂ ਨਾਲ ਖੇਡ ਰਹੇ ਨੇ ਸਾਧ ਸੰਗਤ ਜੀ, ਨਕਲੀ ਮਿਠਾਈਆਂ ਬਣਾ ਕੇ, ਨਕਲੀ ਖਾਣ ਦਾ ਸਮਾਨ ਬਣਾ ਕੇ। ਇਹ ਸਾਰਾ ਕੁਝ ਸਤਿਗੁਰੂ ਰਵਿਦਾਸ ਮਹਾਰਾਜ ਜੀ ਫਰਮਾਉਂਦੇ, ਭਾਈ ਇਹ ਲਾਲਚ ਕਰਕੇ ਹੀ ਹੋ ਰਿਹਾ ਆ। ਪਰ ਜੇਕਰ ਅਸੀਂ ਇਮਾਨਦਾਰੀ ਨਾਲ, ਜਿਵੇਂ ਸਤਿਗੁਰਾਂ ਨੇ ਫਰਮਾਇਆ ਨਾ, ਜੀਭਾ ਸੋ ਓੰਕਾਰ ਜਪ, ਹੱਥਨ ਸੋ ਕਰਕਾਰ, ਰਾਮ ਮਿਲੇ ਘਰ ਆਏ ਕਰ, ਕਹਿ ਰਵਿਦਾਸ ਵਿਚਾਰ, ਸਤ ਸੰਗਤ ਮਿਲ ਰਹੀ ਹੈ ਮਾਧੋ। ਇਹ ਸਾਧ ਸੰਗਤ ਜੀ ਪਾਵਨ ਪਵਿੱਤਰ ਗੱਲਾਂ ਜੋ ਸਾਨੂੰ ਗੁਰਬਾਣੀ ਤੋਂ ਹੀ ਪ੍ਰਾਪਤ ਹੁੰਦੀਆਂ ਨੇ। ਜਿੰਨੇ ਵੀ ਸਾਡੇ ਮਹਾਨ ਪੁਰਸ਼ ਹੋਏ ਨੇ, ਧੰਨ ਧੰਨ ਜਗਤ ਗੁਰੂ ਸਤਿਗੁਰੂ ਰਵਿਦਾਸ ਮਹਾਰਾਜ ਜੀ, ਸਤਿਗੁਰੂ ਕਬੀਰ ਸਾਹਿਬ, ਸਤਿਗੁਰੂ ਨਾਮਦੇਵ ਜੀ, ਸਤਿਗੁਰੂ ਸਧਨਾ ਜੀ, ਸਤਿਗੁਰੂ ਸੈਨ ਜੀ, ਸਤਿਗੁਰੂ ਨਾਨਕ ਦੇਵ ਮਹਾਰਾਜ, ਸਭਨਾਂ ਨੇ ਸਾਨੂੰ ਜੀਵਨ ਜਾਂਚ ਹੀ ਦੱਸੀ ਹੈ ਕਿ ਅਸੀਂ ਭਾਈ ਜੀਵਨ ਜਿਉਣਾ ਕਿਵੇਂ ਹੈ। ਤਾਂ ਸਭ ਤੋਂ ਪਹਿਲਾਂ ਸਾਧ ਸੰਗਤ ਜੀ, ਸਾਨੂੰ ਜੋ ਬੇਈਮਾਨੀਆਂ ਨੇ ਨਾ, ਉਹ ਛੱਡਣੀਆਂ ਪੈਣਗੀਆਂ। ਅਸੀਂ ਇਮਾਨਦਾਰੀ ਦੀ ਰੋਟੀ ਕਮਾਣੀ ਹੈ ਸਾਧ ਸੰਗਤ ਜੀ। ਪੈਸਾ ਭਾਵੇਂ ਥੋੜਾ ਹੋਵੇ, ਪਰ ਖੁਸ਼ੀ ਦਾ ਹੋਵੇ। ਕਿਉਂਕਿ ਲਾਲਚ ਦਾ ਜੋ ਪੈਸਾ ਹੈ ਸਾਧ ਸੰਗਤ ਜੀ, ਉਹ ਸੁੱਖ ਨਹੀਂ ਜੇ ਦਿੰਦਾ। ਮਾਨਸਿਕ ਸੁੱਖ ਤਾਂ ਸਾਨੂੰ ਕਦੇ ਵੀ ਨਹੀਂ ਜੀ ਆ ਸਕਦਾ। ਡੰਬ ਕੋ ਮੋਹ ਮਾਇਆ ਬਸ, ਕਪੜ ਕੂੜ ਹੁਣ ਬੰਧਾਇਓ, ਕਾਮਲ ਬਦ ਕੋ ਬਸ ਪਰਿਓ, ਕੁਲ ਕਾਨ ਛਾੜ ਬਿਕਾਇਓ। ਸਾਧ ਸੰਗਤ ਜੀ, ਅੱਗੇ ਸਤਿਗੁਰੂ ਰਵਿਦਾਸ ਮਹਾਰਾਜ ਜੀ ਸਾਨੂੰ ਸਮਝਾ ਰਹੇ ਨੇ ਕਿ ਭਾਈ ਇਹ ਜੋ ਜੀਵ ਹੈ ਨਾ, ਇਹ ਜਾਣਾ ਤਾਂ ਬੈਕੁੰਠ ਧਾਮ ਤੇ ਚਾਹੁੰਦਾ ਆ, ਇਹ ਸਵਰਗ ਦੀ ਪ੍ਰਾਪਤੀ ਕਰਨਾ ਚਾਹੁੰਦਾ ਹੈ, ਪਰ ਫਸਿਆ ਇਹ ਅਡੰਬਰਾਂ ਦੇ ਵਿੱਚ ਹੋਇਆ ਹੈ। ਤੇ ਸਾਧ ਸੰਗਤ ਜੀ, ਸਤਿਗੁਰਾਂ ਦਾ ਫਰਮਾਨ ਹੈ, ਹਰ ਕੇ ਨਾਮ ਬਿਨਾ ਝੂਠੇ ਸਗਲ ਪਸਾਰੇ, ਐਸੀ ਭਗਤ ਨਾ ਹੋਈ ਰਹਿ ਭਾਈ, ਰਾਮ ਨਾਮ ਬਿਨ ਜੋ ਕੁਛ ਕਰੀਐ ਸੋ ਸਭ ਪਰਮ ਕਹਾਈ। ਕਿ ਭਾਈ ਅਡੰਬਰਾਂ ਨਾਲ, ਇਹ ਪਖੰਡਾਂ ਦੇ ਨਾਲ ਸਾਨੂੰ ਸੱਚ ਦੀ ਪ੍ਰਾਪਤੀ ਨਹੀਂ ਜੀ ਹੋਣੀ। ਇਹ ਜਿੰਨੇ ਵੀ ਅਸੀਂ ਕਰਮਕਾਂਡ ਕਰਦੇ ਆ, ਸਤਿਗੁਰਾਂ ਨੇ ਇਹਨਾਂ ਸਭਨਾਂ ਨੂੰ ਨਕਾਰਿਆ ਆ। ਹਰ ਕੇ ਨਾਮ ਬਿਨਾ ਝੂਠੇ ਸਗਲ ਪਸਾਰੇ। ਤੇ ਅਡੰਬਰਾਂ ਕਰਕੇ ਜੀਵ ਮਾਇਆ ਦੇ ਵਿੱਚ ਫਸਿਆ ਰਹਿੰਦਾ ਆ। ਕਪੜ ਕੂੜ ਵੱਲ ਆਪਣੇ ਧਿਆਨ ਨੂੰ ਵਧਾਇਆ ਹੋਇਆ ਸਾਧ ਸੰਗਤ ਜੀ ਇਸ ਨੇ। ਤੇ ਕਾਮ ਰੂਪੀ ਸ਼ਿਕਾਰੀ ਦੇ ਵਸ ਹੋਇਆ, ਇਹ ਕੁਲ ਦੀ ਮਰਿਆਦਾ ਨੂੰ ਵੀ ਭੁੱਲ ਜਾਂਦਾ ਹੈ। ਕਾਮ ਲਬਦ ਕੋ ਬਸ ਪਰਿਓ, ਕੁਲ ਕਾਨ ਛਾੜ ਬਿਕਾਇਓ। ਤੇ ਸਾਧ ਸੰਗਤ ਜੀ, ਜੇ ਅਸੀਂ ਧੰਨ ਧੰਨ ਜਗਤ ਗੁਰੂ ਸਤਿਗੁਰੂ ਰਵਿਦਾਸ ਮਹਾਰਾਜ ਜੀ ਨੂੰ ਗੁਰੂ ਮੰਨਦੇ ਆ, ਤਾਂ ਸਾਡਾ ਵੀ ਫਰਜ਼ ਬਣਦਾ ਭਾਈ ਅਸੀਂ ਅਡੰਬਰਾਂ ਪਖੰਡਾਂ ਚੋਂ ਬਾਹਰ ਨਿਕਲੀਏ, ਆਪਣੇ ਅੰਦਰੋਂ ਸੱਚ ਦੀ ਕਮਾਈਆਂ ਕਰੀਏ। ਕਿਉਂਕਿ ਸਤਿਗੁਰਾਂ ਨੇ ਫਰਮਾਇਆ, ਭਾਈ ਹੱਥਾਂ ਨਾਲ ਇਮਾਨਦਾਰੀ ਦੀ ਰੋਟੀ ਕਮਾਓ ਤੇ ਜੀਭਾਂ ਨਾਲ ਉਸ ਪਰਮਾਤਮਾ ਦਾ ਸਿਮਰਨ ਕਰਦੇ ਰਹੋ, ਉਹ ਸਾਰੀ ਦੁਨੀਆ ਦਾ ਮਾਲਕ ਸਾਨੂੰ ਇਸੇ ਸਰੀਰ ਦੇ ਵਿੱਚੋਂ ਹੀ ਮਿਲ ਜਾਵੇਗਾ।
ਸਭ ਕੁਛ ਘਰ ਮੈਂ ਬਾਹਰ ਨਾਹੀ, ਬਾਹਰ ਟੋਲੇ ਸੋ ਪਰਮ ਭੁਲਾਈ। ਜੈ ਕਾਰਨ ਤਟ ਤੀਰਥ ਜਾਈ, ਰਤਨ ਪਦਾਰਥ ਘਟ ਹੀ ਮਾਈ। ਕਿ ਭਾਈ ਉਹ ਸਾਰੀ ਦੁਨੀਆ ਦਾ ਮਾਲਕ ਤੇਰੇ ਸਰੀਰ ਦੇ ਵਿੱਚ ਹੀ ਬੈਠਾ ਆ। ਕਹਿ ਰਵਿਦਾਸ ਹਾਥ ਪੈ ਨੇਰਾ। ਜਿਸ ਪ੍ਰਮਾਤਮਾ ਨੂੰ ਲੱਭਣ ਵਾਸਤੇ ਅਸੀਂ ਸੈਂਕੜੇ ਕਿਲੋਮੀਟਰ ਦੂਰ ਜਾਂਦੇ ਆ, ਉਹ ਤਾਂ ਸਾਡੇ ਹੱਥ ਤੋਂ ਵੀ ਨੇੜੇ ਬੈਠਾ ਆ। ਛਾਪਾ ਤਿਲਕ ਚਪੋ ਨਹੀਂ ਸੋਭੋ, ਜੋ ਲੋ ਕੈਸੋ ਨਹੀਂ ਗਾਇਓ। ਸੰਜਮ ਰਿਹੋ ਨ ਹਰਹੁ ਸਿਮਰਿਓ, ਬਿਰਤਾ ਪਰਮਿਓ ਰੂਪ ਰਮਾਇਓ। ਅੱਗੇ ਸਤਿਗੁਰੂ ਰਵਿਦਾਸ ਮਹਾਰਾਜ ਜੀ ਸਮਝਾਣਾ ਕਰਦੇ ਨੇ ਕਿ ਭਾਈ ਬਾਹਰੀ ਸ਼ਿੰਗਾਰ ਕਰਨ ਦੇ ਨਾਲ ਪ੍ਰਮਾਤਮਾ ਨਹੀਂ ਜੀ ਮਿਲਦਾ। ਬਹੁਤੇ ਜੀਵ ਨੇ ਸਾਧ ਸੰਗਤ ਜੀ, ਕੋਈ ਗਲੇ ਦੇ ਵਿੱਚ ਮਾਲਾ ਪਹਿਨ ਲੈਂਦਾ ਆ, ਕੋਈ ਸਾਧੂਆਂ ਵਰਗੇ ਕੱਪੜੇ ਪਾ ਲੈਂਦਾ ਹੈ ਸਾਧ ਸੰਗਤ ਜੀ। ਪਰ ਸਤਿਗੁਰੂ ਰਵਿਦਾਸ ਮਹਾਰਾਜ ਜੀ ਫਰਮਾਉਂਦੇ ਭਾਈ ਇਸ ਨਾਲ ਪ੍ਰਮਾਤਮਾ ਦੀ ਪ੍ਰਾਪਤੀ ਨਹੀਂ ਜੀ ਹੋਣੀ। ਮਾਥੇ ਤਿਲਕ ਹਾਥ ਜਪ ਮਾਲਾ, ਜਗ ਠਗਨੇ ਕੋ ਸਵਾਂਗ ਬਨਾਇਆ। ਮਾਰਗ ਛਾੜ ਕੁਮਾਰ ਡੈਕੇ, ਸਾਚੀ ਪ੍ਰੀਤ ਬਿਨ ਰਾਮ ਨਾ ਪਾਇਆ। ਕਿ ਭਾਈ ਮੱਥੇ ਤੇ ਤਿਲਕ ਲਗਾ ਲੈਣਾ, ਗਲੇ ਦੇ ਵਿੱਚ ਮਾਲਾ ਪਹਿਨ ਲੈਣੀ, ਸਾਧੂਆਂ ਵਰਗੇ ਕੱਪੜੇ ਪਾ ਲੈਣੇ, ਇਹਦੇ ਨਾਲ ਸਾਨੂੰ ਸੱਚ ਦੀ ਪ੍ਰਾਪਤੀ ਨਹੀਂ ਜੀ ਹੋਣੀ। ਸਾਧ ਸੰਗਤ ਜੀ ਦਿਖਾਵਾ ਕਰਨ ਦੇ ਨਾਲ ਪ੍ਰਮਾਤਮਾ ਨਹੀਂ ਜੀ ਮਿਲਦਾ। ਸਤਿਗੁਰੂ ਰਵਿਦਾਸ ਮਹਾਰਾਜ ਜੀ ਫਰਮਾਉਂਦੇ ਨੇ ਭਾਈ ਆਪਣੇ ਕਰਮ ਸੁਧਾਰੋ। ਅਸੀਂ ਚੰਗੇ ਕਰਮ ਕਰਨੇ ਨੇ। ਸਤ ਸੰਗਤ ਮਿਲ ਰਹੀ ਹੈ ਮਾਧੋ ਜੈਸੇ ਮਧੂ ਮਖੀਰਾ। ਪਹਿਲਾਂ ਤਾਂ ਸਾਧ ਸੰਗਤ ਜੀ ਅਸੀਂ ਰਲ ਮਿਲ ਕੇ ਰਹਿਣਾ ਹੈ, ਸੱਚ ਨਾਲ ਜੁੜ ਕੇ ਰਹਿਣਾ ਹੈ। ਤੇ ਸੱਚ ਨਾਲ ਅਸੀਂ ਇਸ ਤਰ੍ਹਾਂ ਜੁੜ ਕੇ ਰਹਿਣਾ ਹੈ ਸਤਸੰਗ ਦੇ ਨਾਲ, ਜਿਵੇਂ ਮਧੂ ਮੱਖੀਆਂ ਆਪਸ 'ਚ ਜੁੜ ਕੇ ਰਹਿੰਦੀਆਂ ਨੇ। ਤੇ ਸਾਧ ਸੰਗਤ ਜੀ ਹੱਥਾਂ ਨਾਲ ਇਮਾਨਦਾਰੀ ਦੀ ਰੋਟੀ ਕਮਾ ਕੇ, ਇਮਾਨਦਾਰੀ ਦਾ ਜੀਵਨ ਬਿਤਾ ਕੇ ਅਸੀਂ ਉਹ ਪਰਮ ਪਿਤਾ ਪ੍ਰਮਾਤਮਾ ਦਾ ਸਵਾਸ ਸਿਮਰਨ ਕਰਨਾ ਹੈ, ਤਾਂ ਜੋ ਸਾਡਾ ਜੋ ਜੀਵਨ ਆ ਉਹ ਸਫਲ ਹੋ ਸਕੇ। ਪੂਜੂ ਨਾ ਤੋੜੂ ਨਾ ਪਾਤੀ, ਪੂਜੂ ਨਾ ਦੇਵਾ, ਸਹਿਜ ਸਮਾਧ ਕਰੂ ਹਰ ਸੇਵਾ। ਸਤਿਗੁਰੂ ਰਵਿਦਾਸ ਮਹਾਰਾਜ ਜੀ ਸਾਨੂੰ ਸਮਝਾ ਰਹੇ ਨੇ ਕਿ ਭਾਈ ਮੈਂ ਪ੍ਰਮਾਤਮਾ ਦੀ ਪੂਜਾ ਲਈ ਨਾ ਤਾਂ ਮੈਂ ਫਲ ਤੋੜਦਾ ਹਾਂ, ਨਾ ਪੱਤੀਆਂ ਤੋੜਦਾ ਹਾਂ। ਨਾਲੇ ਸਾਧ ਸੰਗਤ ਜੀ ਇੱਕ ਗੱਲ ਵਿਚਾਰਨ ਵਾਲੀ ਹੈ, ਜਿਵੇਂ ਸਤਿਗੁਰਾਂ ਨੇ ਸਾਨੂੰ ਸਮਝਾਇਆ ਹੈ ਨਾ, ਤੇਰੋ ਕੀਆ ਤੁਝ ਕਿਆ ਅਰਪੋ, ਨਾਮ ਤੇਰਾ ਤੁਹੀ ਚਵਟ ਢੁਲਾਰੇ। ਕਿ ਭਾਈ ਇਹ ਸਾਰੀ ਵਸਤੂਆਂ ਸਾਨੂੰ ਉਸ ਪ੍ਰਮਾਤਮਾ ਨੇ ਦਿੱਤੀਆਂ ਨੇ, ਕੁਦਰਤ ਨੇ ਦਿੱਤੀਆਂ ਨੇ। ਤੇ ਪ੍ਰਮਾਤਮਾ ਦੀ ਵਸਤੂ ਅਸੀਂ ਪ੍ਰਮਾਤਮਾ ਨੂੰ ਚੜਾ ਕੇ ਉਸ ਨੂੰ ਕਿਵੇਂ ਖੁਸ਼ ਕਰ ਸਕਦੇ ਹਾਂ? ਫਲ ਸਾਧ ਸੰਗਤ ਜੀ ਸਾਨੂੰ ਜੋ ਫਲ ਦਿੱਤੇ ਨੇ ਪ੍ਰਮਾਤਮਾ ਨੇ ਖਾਣ ਵਾਸਤੇ ਦਿੱਤੇ ਨੇ। ਇਹ ਜੋ ਫੁੱਲ ਦਿੱਤੇ ਨੇ ਸਾਧ ਸੰਗਤ ਜੀ ਖੁਸ਼ਬੂ ਵਾਸਤੇ ਦਿੱਤੇ ਨੇ। ਤੇ ਬਹੁਤੇ ਜੋ ਜੀਵ ਨੇ ਸਾਧ ਸੰਗਤ ਜੀ, ਜਿਵੇਂ ਮਧੂ ਮੱਖੀਆਂ ਨੇ, ਉਸ ਤੋਂ ਆਪਣਾ ਖੁਰਾਕ ਲੈਂਦੀਆਂ ਨੇ, ਸ਼ਹਿਦ ਬਣਾਉਂਦੀਆਂ ਨੇ। ਤੇ ਸ਼ਹਿਦ ਵੀ ਸਾਡਾ ਕਿੰਨੇ ਕੰਮ ਆਉਂਦਾ ਸਾਧ ਸੰਗਤ ਜੀ, ਉਹਨਾਂ ਦੀ ਵੀ ਜ਼ਿੰਦਗੀ ਚੱਲਦੀ ਹੈ। ਬਹੁਤੇ ਲੋਕਾਂ ਦੀ ਬਿਮਾਰੀਆਂ ਠੀਕ ਕਰਦਾ ਆ। ਤੇ ਸੱਚ ਹੈ ਸਾਧ ਸੰਗਤ ਜੀ, ਕੁਦਰਤ ਨੇ ਸਾਨੂੰ ਬਹੁਤ ਕੁਝ ਦਿੱਤਾ ਆ। ਉਹ ਪ੍ਰਮਾਤਮਾ ਨੇ ਸਾਨੂੰ ਕੁਦਰਤ ਦੇ ਵਿੱਚ ਬਹੁਤ ਕੁਝ ਦਿੱਤਾ ਹੈ, ਪਰ ਉਸ ਦੀ ਵਸਤੂ ਅਸੀਂ ਉਸ ਨੂੰ ਚੜਾ ਕੇ ਪ੍ਰਮਾਤਮਾ ਨੂੰ ਕਿਵੇਂ ਖੁਸ਼ ਕਰ ਸਕਦੇ ਹਾਂ? ਸਤਿਗੁਰੂ ਰਵਿਦਾਸ ਮਹਾਰਾਜ ਜੀ ਸਾਨੂੰ ਸਮਝਾ ਰਹੇ ਨੇ, ਤੇਰੋ ਕੀਆ ਤੁਝ ਕਿਆ ਅਰਪੋ। ਕਿ ਭਾਈ ਸਾਨੂੰ ਕਿਸੇ ਨੇ ਵਸਤੂ ਦਿੱਤੀ, ਉਹੀ ਵਸਤੂ ਅਸੀਂ ਉਸ ਨੂੰ ਵਾਪਸ ਕਰਕੇ ਉਸ ਨੂੰ ਕਿਵੇਂ ਖੁਸ਼ ਕਰ ਸਕਦੇ ਹਾਂ? ਤਾਂ ਸਾਧ ਸੰਗਤ ਜੀ ਪ੍ਰਮਾਤਮਾ ਚੜਾਵਿਆਂ ਨਾਲ ਖੁਸ਼ ਨਹੀਂ ਜੀ ਹੁੰਦਾ। ਪ੍ਰਮਾਤਮਾ ਖੁਸ਼ ਹੁੰਦਾ ਸਾਧ ਸੰਗਤ ਜੀ ਜਦੋਂ ਅਸੀਂ ਚੰਗੇ ਕਰਮ ਕਰਦੇ ਹਾਂ, ਜਦੋਂ ਅਸੀਂ ਰੋਂਦੇ ਨੂੰ ਹਸਾਉਂਦੇ ਹਾਂ ਸਾਧ ਸੰਗਤ ਜੀ, ਜਦੋਂ ਭੁੱਖੇ ਨੂੰ ਰੋਟੀ ਦਿੰਦੇ ਹਾਂ, ਜਦੋਂ ਕਿਸੇ ਜ਼ਰੂਰਤਮੰਦ ਦੀ ਮਦਦ ਕਰਦੇ ਹਾਂ। ਕੋਈ ਐਸਾ ਬੱਚਾ ਹੋਵੇ ਜਿਸ ਦੇ ਕੋਲ ਕੋਈ ਪੜ੍ਹਾਈ ਦਾ ਸੋਰਸ ਨਹੀਂ ਹੈ ਸਾਧ ਸੰਗਤ ਜੀ, ਪੜ੍ਹਨਾ ਚਾਹੁੰਦਾ ਹੈ, ਪੈਸੇ ਨਹੀਂ ਹੈ, ਜਦੋਂ ਐਸੇ ਬੱਚੇ ਦਾ ਅਸੀਂ ਸਾਥ ਦਿੰਦੇ ਹਾਂ, ਉਹ ਪ੍ਰਮਾਤਮਾ ਜ਼ਰੂਰ ਖੁਸ਼ ਹੁੰਦਾ ਹੈ। ਤੇ ਇਸ ਲਈ ਸਤਿਗੁਰਾਂ ਨੇ ਸਾਨੂੰ ਸਮਝਾਇਆ, ਭਾਈ ਅਡੰਬਰਾ ਪਖੰਡਾਂ ਤੋਂ ਅਸੀਂ ਬਾਹਰ ਨਿਕਲਣਾ ਆ। ਐਸੀ ਭਗਤ ਨਾ ਹੋਈ ਰਹਿ ਭਾਈ, ਰਾਮ ਨਾਮ ਬਿਨ ਜੋ ਕੁਛ ਕਰੀਏ ਸੋ ਸਭ ਪਰਮ ਕਹਾਈ। ਛਾਪਾ ਤਿਲਕ ਚਪੋ ਨਹੀਂ ਸੋਭੋ, ਜੋ ਲੋਕ ਐਸੋ ਨਾ ਗਾਇਓ। ਸੰਜਮ ਰਿਹੋ ਨਾ ਹਰਹੁ ਸਿਮਰਿਓ, ਬਿਰਥਾ ਭਰਮਿਓ ਰੂਪ ਰਮਾਇਓ। ਕਿ ਜੀਵ ਨੇ ਕਦੇ ਸੰਜਮ ਰੱਖਿਆ ਨਹੀਂ, ਨਾ ਉਸ ਪ੍ਰਮਾਤਮਾ ਦਾ ਸਿਮਰਨ ਕੀਤਾ, ਤੇ ਆਪਣਾ ਜੋ ਅਮੋਲਕ ਜਨਮ ਹੈ ਉਹ ਭਟਕ ਕੇ ਗਵਾ ਦਿੱਤਾ ਸਾਧ ਸੰਗਤ ਜੀ। ਕੋਈ ਨਸ਼ਿਆਂ ਦੇ ਵਿੱਚ ਫਸਿਆ ਹੋਇਆ ਆ, ਕੋਈ ਮੈਂ ਮੇਰੀ ਦੇ ਹੰਕਾਰ ਦੇ ਵਿੱਚ, ਕੋਈ ਪ੍ਰਮਾਤਮਾ ਨੂੰ ਜੰਗਲਾਂ ਪਹਾੜਾਂ ਦੇ ਵਿੱਚ ਲੱਭਦਾ ਫਿਰਦਾ ਸਾਧ ਸੰਗਤ ਜੀ। ਪਰ ਸਤਿਗੁਰੂ ਰਵਿਦਾਸ ਮਹਾਰਾਜ ਜੀ ਫਰਮਾਉਂਦੇ ਨੇ, ਭਾਈ ਤੈਨੂੰ ਕਿਤੇ ਜਾਣ ਦੀ ਲੋੜ ਨਹੀਂ ਹੈ,
ਤੂੰ ਚੰਗੇ ਕਰਮ ਕਰ, ਹੱਥਾਂ ਨਾਲ ਇਮਾਨਦਾਰੀ ਦੀ ਰੋਟੀ ਕਮਾ ਤੇ ਪ੍ਰਮਾਤਮਾ ਦਾ ਸਿਮਰਨ ਕਰ। ਐਸੇ ਸਰੀਰ ਦੇ ਵਿੱਚੋਂ ਹੀ ਤੈਨੂੰ ਉਹ ਪ੍ਰਮਾਤਮਾ ਮਿਲ ਜਾਵੇਗਾ। ਤੇਰਾ ਘਟ ਮੈਂ ਸਿਰਜਣਹਾਰ, ਕਸਤੂਰੀ ਮਿਰਗ ਪਾਸ ਹੈਰੈ ਢੂੰਡਤ ਕਾਸ ਫਿਰੈ। ਕਿ ਭਾਈ ਜਿਵੇਂ ਹਿਰਨ ਦੇ ਅੰਦਰੋਂ ਕਸਤੂਰੀ ਦੀ ਖੁਸ਼ਬੂ ਆਉਂਦੀ ਹੈ, ਪਰ ਉਸ ਹਿਰਨ ਨੂੰ ਨਹੀਂ ਜੇ ਪਤਾ ਹੁੰਦਾ ਕਿ ਉਸ ਦੇ ਅੰਦਰੋਂ ਇਹ ਖੁਸ਼ਬੂ ਆਉਂਦੀ ਹੈ, ਤੇ ਉਸ ਖੁਸ਼ਬੂ ਨੂੰ ਲੱਭਣ ਵਾਸਤੇ ਸਾਧ ਸੰਗਤ ਜੀ ਕਿਸੇ ਇਸ ਪਾਸੇ ਵੱਲ ਦੌੜਦਾ, ਕਦੇ ਦੂਸਰੇ ਪਾਸੇ ਵੱਲ। ਇਹੀ ਹਾਲ ਸਤਿਗੁਰੂ ਰਵਿਦਾਸ ਮਹਾਰਾਜ ਜੀ ਫਰਮਾਉਂਦੇ ਸਾਡੀ ਹੈ। ਉਹ ਸਾਰੀ ਦੁਨੀਆ ਦਾ ਮਾਲਕ ਇਸ ਜੀਵ ਦੇ ਅੰਦਰ ਬੈਠਾ ਆ, ਪਰ ਇਹ ਜੀਵ ਉਸ ਨੂੰ ਬਾਹਰਲੀ ਦੁਨੀਆ 'ਚ ਲੱਭਦਾ ਫਿਰਦਾ ਆ। ਅਨਕ ਕੋਤਕ ਕਲਾ ਕਾਛੈ ਕਛੈ, ਬਹੁਰ ਸੰਗ ਦਿਖਾਓ, ਮੂਰਖ ਆਪਨ ਆਪ ਸਮਝ ਨਹੀਂ, ਔਰਨ ਕੋ ਸਮਝਾਓ। ਅੱਗੇ ਸਤਿਗੁਰੂ ਰਵਿਦਾਸ ਮਹਾਰਾਜ ਜੀ ਸਮਝਾਣਾ ਕਰਦੇ ਨੇ ਕਿ ਭਾਈ ਜੀਵ ਅਨੇਕਾਂ ਪ੍ਰਕਾਰ ਦੇ ਕਲਾ ਕੋਤਕ ਕਰਦਾ ਹੋਇਆ ਬਹੁਤ ਹੀ ਪਖੰਡੀ ਰੂਪ ਬਣਾ ਲੈਂਦਾ ਆ, ਤੇ ਆਪਣੇ ਮੂਰਖ ਮਨ ਨੂੰ, ਆਪਣੇ ਆਪ ਨੂੰ ਚਲਾਣ ਦਿੰਦਾ ਸਾਧ ਸੰਗਤ ਜੀ। ਉਹ ਮਨ ਦੇ ਵੱਸ ਹੋ ਜਾਂਦਾ, ਪਰ ਮਨ ਨੂੰ ਕਦੇ ਕਾਬੂ ਨਹੀਂ ਜੇ ਕਰਦਾ। ਤੇ ਗੁਰਬਾਣੀ ਦਾ ਫਰਮਾਨ ਹੈ ਸਾਧ ਸੰਗਤ ਜੀ, ਮਨ ਜੀਤੇ ਜਗ ਜੀਤ। ਕਿ ਭਾਈ ਜਿਸ ਨੇ ਆਪਣੇ ਮਨ ਨੂੰ ਕਾਬੂ ਕਰ ਲਿਆ ਤਾਂ ਸਾਧ ਸੰਗਤ ਜੀ ਉਹ ਸਮਝ ਲਓ ਉਸਨੇ ਜੱਗ ਜਿੱਤ ਲਿਆ। ਕਿਉਂਕਿ ਇਹ ਮਨ ਹੀ ਹੈ ਜਿਹੜਾ ਸਾਡੇ ਤੋਂ ਕੁਕਰਮ ਕਰਾਂਦਾ ਆ। ਇਹ ਮਨ ਹੀ ਹੈ ਜੋ ਸਾਡੇ ਮਨ ਦੇ ਵਿੱਚ ਲਾਲਚ ਆ ਜਾਂਦਾ ਨਾ ਸਾਧ ਸੰਗਤ ਜੀ। ਜਦੋਂ ਇਹ ਜੋ ਇਨਸਾਨ ਆ ਵੱਡੇ ਵੱਡੇ ਕੁਕਰਮ ਕਰ ਦਿੰਦਾ ਆ ਲਾਲਚ ਦੇ ਵਿੱਚ। ਅਗਰ ਅਸੀਂ ਸਮਾਜ ਤੇ ਨਿਗਾਹ ਮਾਰਦੇ ਸਾਧ ਸੰਗਤ ਜੀ, ਬਹੁਤੇ ਥਾਂ ਤੇ ਤੁਸੀਂ ਦੇਖਿਆ ਹੋਵੇਗਾ ਲਾਲਚ ਦੀ ਵਜ੍ਹਾ ਕਰਕੇ ਆਪਣਿਆਂ ਨੂੰ ਮਾਰ ਰਹੇ ਨੇ, ਆਪਣੇ ਸਗਿਆਂ ਨੂੰ ਮਾਰ ਰਹੇ ਨੇ। ਇਸ ਲਈ ਸਤਿਗੁਰੂ ਜੀ ਸਾਨੂੰ ਸਮਝਾ ਰਹੇ ਨੇ, ਮੂਰਖ ਆਪਨ ਆਪ ਸਮਝਣਾ, ਔਰਨ ਕੋ ਸਮਝਾਓ। ਕਿ ਭਾਈ ਇਹ ਜੋ ਆਪਣੇ ਮਨ ਨੂੰ ਕਾਬੂ ਨਹੀਂ ਜੇ ਕਰਦਾ, ਸਤਸੰਗ ਦੇ ਵਿੱਚ ਜਾਂਦਾ ਸਾਧ ਸੰਗਤ ਜੀ, ਸਤਸੰਗ ਦੇ ਵਿੱਚ ਇਸ ਲਈ ਹੀ ਜਾਇਆ ਜਾਂਦਾ ਆ ਕਿ ਅਸੀਂ ਮਨ ਨੂੰ ਕਾਬੂ ਕਰ ਸਕੀਏ। ਗੁਰਬਾਣੀ ਦਾ ਪਾਠ ਐਸੇ ਲਈ ਕੀਤਾ ਜਾਂਦਾ ਹੈ ਕਿ ਸਾਡਾ ਜੋ ਮਨ ਹੈ ਉਹ ਬਦਲ ਸਕੇ। ਤੇ ਮਨ ਬਦਲੇਗਾ ਕਿਵੇਂ? ਸਤਿਗੁਰੂ ਜੀ ਫਰਮਾਉਂਦੇ, ਭਾਈ ਜੋ ਗੁਰਬਾਣੀ ਦੇ ਵਿੱਚ ਲਿਖਿਆ ਆ ਨਾ, ਉਹ ਕੱਲਾ ਪੜ੍ਹਨਾ ਨਹੀਂ ਹੈ, ਉਸ ਤੇ ਅਮਲ ਵੀ ਕਰਨਾ ਹੈ। ਜੋ ਅਸੀਂ ਸਤਸੰਗ ਦੇ ਵਿੱਚ ਸਾਧ ਸੰਗਤ ਜੀ ਸੁਣਦੇ ਆ, ਉਹ ਕੱਲਾ ਸੁਣਨਾ ਨਹੀਂ ਹੈ, ਸੁਣ ਕੇ ਅਸੀਂ ਅਮਲ ਵੀ ਕਰਨਾ। ਜਿਵੇਂ ਸਤਿਗੁਰਾਂ ਨੇ ਸਾਨੂੰ ਵਹਿਮਾਂ ਭਰਮਾਂ ਤੋਂ ਰੋਕਿਆ ਸਾਧ ਸੰਗਤ ਜੀ, ਤਾਂ ਸਾਨੂੰ ਰੁਕਣਾ ਵੀ ਚਾਹੀਦਾ ਹੈ। ਜੇ ਸਤਿਗੁਰੂ ਰਵਿਦਾਸ ਮਹਾਰਾਜ ਜੀ ਨੇ ਸਾਨੂੰ ਵਹਿਮ ਭਰਮ ਅਡੰਬਰ ਪਖੰਡ ਕਰਨ ਤੋਂ ਰੋਕਿਆ ਆ, ਤਾਂ ਸਾਧ ਸੰਗਤ ਜੀ ਸਾਡਾ ਵੀ ਫਰਜ਼ ਬਣਦਾ। ਕਹਿੰਦੇ ਮਹਾਨ ਗੁਰੂ ਸਾਨੂੰ ਮਿਲੇ ਨੇ, ਗੁਰੂਆਂ ਦੇ ਗੁਰੂ ਧੰਨ ਧੰਨ ਜਗਤ ਗੁਰੂ ਸਤਿਗੁਰੂ ਰਵਿਦਾਸ ਮਹਾਰਾਜ ਜੀ। ਸਾਧ ਸੰਗਤ ਜੀ ਸਮੇਂ ਦੇ 52 ਰਾਜੇ ਰਾਣੀਆਂ ਨੇ ਗੁਰੂਆਂ ਨੂੰ ਗੁਰੂ ਧਾਰਨ ਕੀਤਾ। ਤੇ ਵੱਡ ਕਰਮਾਂ ਵਾਲਿਓ ਕਿ ਗੁਰੂ ਰਵਿਦਾਸ ਮਹਾਰਾਜ ਜੀ ਨੇ ਸਾਨੂੰ ਵਹਿਮਾਂ ਭਰਮਾਂ ਪਖੰਡਾਂ ਵਿੱਚ ਨਾ ਪਾ ਕੇ ਸੱਚ ਦਾ ਰਸਤਾ ਦਿਖਾਇਆ ਹੈ। ਸਾਧ ਸੰਗਤ ਜੀ ਐਸੇ ਮਹਾਨ ਗੁਰੂ ਸਾਨੂੰ ਮਿਲੇ ਨੇ, ਤੇ ਸਾਡਾ ਵੀ ਫਰਜ਼ ਬਣਦਾ ਹੈ ਭਾਈ ਗੁਰਬਾਣੀ ਕੱਲੀ ਪੜ੍ਹਨੀ ਨਹੀਂ ਹੈ, ਪੜ੍ਹ ਕੇ ਉਹਦੇ ਅਰਥ ਵੀ ਸਮਝਣੇ ਨੇ। ਤੇ ਅਰਥ ਸਮਝ ਕੇ ਸਾਧ ਸੰਗਤ ਜੀ ਉਸੇ ਅਨੁਸਾਰ ਆਪਣੇ ਜੀਵਨ ਨੂੰ ਢਾਲਣਾ ਆ, ਤਾਂ ਜੋ ਸਾਡਾ ਜੋ ਜੀਵਨ ਉਹ ਸਫਲ ਹੋ ਸਕੇ। ਆਸ ਕਰੈ ਬੈਕੁੰਠ ਗਵਨ ਕੋ, ਚਲ ਮਨ ਕਬੂ ਨਾ ਥਿਰਾਇਓ, ਜੋ ਲੋ ਮਨ ਵਸ ਨਹੀਂ ਹੋਤੋ, ਤੋ ਲਗ ਸਭ ਜੁਠਾਰਿਓ। ਅੱਗੇ ਸਤਿਗੁਰੂ ਰਵਿਦਾਸ ਮਹਾਰਾਜ ਜੀ ਸਮਝਾ ਰਹੇ ਨੇ, ਭਾਈ ਇਹ ਜੋ ਇਨਸਾਨ ਹੈ ਨਾ, ਇਹ ਸਵਰਗ 'ਚ ਜਾਣਾ ਚਾਹੁੰਦਾ ਆ, ਇਹ ਬੈਕੁੰਠ ਧਾਮ ਦੀ ਪ੍ਰਾਪਤੀ ਕਰਨਾ ਚਾਹੁੰਦਾ ਆ, ਪਰ ਸਾਧ ਸੰਗਤ ਜੀ ਉਸ ਲਈ ਨਾ ਤਾਂ ਕੋਈ ਮਿਹਨਤ ਕਰਦਾ ਆ, ਨਾ ਕੋਈ ਯਤਨ ਕਰ ਰਿਹਾ ਹੈ। ਤੇ ਸਾਧ ਸੰਗਤ ਜੀ ਸਤਿਗੁਰੂ ਜੀ ਸਾਨੂੰ ਸਮਝਾ ਰਹੇ ਨੇ, ਭਾਈ ਜਦੋਂ ਤੱਕ ਸਾਡਾ ਮਨ ਹੀ ਸਾਡੇ ਕਾਬੂ ਵਿੱਚ ਨਹੀਂ ਹੈ, ਤਾਂ ਸਾਨੂੰ ਕਿਸੇ ਤਰ੍ਹਾਂ ਦੀ ਕੋਈ ਪ੍ਰਾਪਤੀ ਨਹੀਂ ਜੀ ਹੋਣੀ। ਜਬ ਹਮ ਹੋਤੇ ਤਬ ਤੂੰ ਨਾਈ, ਅਬ ਤੂੰ ਹੀ ਮੈਂ ਨਾਈ। ਤੇ ਜਦੋਂ ਅਸੀਂ ਮਨ ਨੂੰ ਆਪਣੇ ਕਾਬੂ ਦੇ ਵਿੱਚ ਕਰ ਲਿਆ ਸਾਧ ਸੰਗਤ ਜੀ, ਫਿਰ ਸਾਨੂੰ ਜਿੰਦੇ ਜੀ ਹੀ ਐਸੇ ਸਰੀਰ ਦੇ ਵਿੱਚ ਹੀ ਬੈਕੁੰਠ ਧਾਮ ਦੀ ਪ੍ਰਾਪਤੀ ਹੋ ਜਾਣੀ। ਹਰ 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 ਹਰੈ, ਹਰ ਸਿਮਰਤ ਜਨ ਗਏ ਨਿਸਤਰ ਤਰੈ, ਹਰ ਕੇ ਨਾਮ ਕਬੀਰ ਉਜਾਗਰ, ਜਨਮ ਜਨਮ ਕੇ ਕਾਟੇ ਕਾਗਰ, ਨਿਮਤ ਨਾਮ ਦੇ ਦੂਧ ਪਿਆਇਆ, ਤੋ ਜਗ ਜਨਮ ਸੰਕਟ ਨਹੀਂ ਆਇਆ। ਕਿ ਉਹ ਪ੍ਰਮਾਤਮਾ ਦਾ ਨਾਮ ਜਪ ਕੇ ਸੱਚ ਦੇ ਮਾਰਗ ਤੇ ਚੱਲ ਕੇ ਸਾਧ ਸੰਗਤ ਜੀ ਸਤਿਗੁਰ ਕਬੀਰ ਸਾਹਿਬ ਮਹਾਰਾਜ ਜੀ ਆਪ ਤਰੇ, ਅਨੇਕਾਂ ਜੀਵਾਂ ਨੂੰ ਤਾਰਿਆ। ਸਤਿਗੁਰੂ ਨਾਮਦੇਵ ਮਹਾਰਾਜ ਜੀ ਆਪ ਤਰੇ, ਅਨੇਕਾਂ ਜੀਵਾਂ ਨੂੰ ਤਾਰਿਆ, ਅੱਜ ਵੀ ਤਾਰ ਰਹੇ ਨੇ ਸਾਧ ਸੰਗਤ ਜੀ ਗੁਰਬਾਣੀ ਵਿੱਚ ਬੈਠੇ। ਤਾਂ ਆਓ ਅਸੀਂ ਵੀ ਹੱਥਾਂ ਨਾਲ ਕਿਰਤ ਕਮਾਈਆਂ ਕਰੀਏ, ਇਮਾਨਦਾਰੀ ਦੀ ਰੋਟੀ ਕਮਾਈਏ ਸਾਧ ਸੰਗਤ ਜੀ, ਰਲ ਮਿਲ ਕਰੀਏ।
ਸਭ ਤੋਂ ਪਹਿਲਾਂ ਤਾਂ ਅਸੀਂ ਆਪ ਵਹਿਮਾਂ ਭਰਮਾਂ ਤੋਂ ਬਚੀਏ, ਫਿਰ ਆਪਣੇ ਬੱਚਿਆਂ ਨੂੰ ਬਚਾਈਏ, ਨਸ਼ਿਆਂ ਤੋਂ ਦੂਰ ਰਹੀਏ ਸਾਧ ਸੰਗਤ ਜੀ, ਤੇ ਸਭ ਦਾ ਭਲਾ ਸੋਚੀਏ। ਕਪਟ ਕੀ ਯਾਰੀ ਜੇ ਨਾ ਕੈਸੋ, ਜਗ ਕਰ ਤਾ ਨਹੀਂ ਕਾਚਾ, ਕਹਿ ਰਵਿਦਾਸ ਭਜੋ ਹਰ ਮਾਧੋ, ਸੇਵਕ ਹੋਵੇ ਮਨ ਸਾਚਾ। ਅੱਗੇ ਧੰਨ ਧੰਨ ਜਗਤ ਗੁਰੂ ਸਤਿਗੁਰੂ ਰਵਿਦਾਸ ਮਹਾਰਾਜ ਜੀ ਸਾਨੂੰ ਸਮਝਾਣਾ ਕਰਦੇ ਨੇ, ਕਪਟ ਕੀ ਯਾਰੀ ਜੇ ਨਾ ਕੈਸੋ, ਕਿ ਭਾਈ ਕਪਟ ਕਰਨ ਦੇ ਨਾਲ ਪ੍ਰਮਾਤਮਾ ਖੁਸ਼ ਨਹੀਂ ਜੀ ਹੁੰਦਾ। ਉਹ ਪ੍ਰਭੂ ਸੰਸਾਰ ਦਾ ਕਰਤਾ, ਘਟ ਘਟ ਦੀ ਜਾਣਨ ਵਾਲਾ। ਸਾਧ ਸੰਗਤ ਜੀ, ਸਾਨੂੰ ਲੱਗਦਾ ਹੈ ਕਿ ਕੋਈ ਸਾਨੂੰ ਨਹੀਂ ਦੇਖ ਰਿਹਾ। ਇਹ ਜਦੋਂ ਅਸੀਂ ਬੁਰੇ ਕਰਮ ਕਰਦੇ ਹਾਂ, ਸਾਨੂੰ ਲੱਗਦਾ ਹੈ ਕਿ ਸਾਨੂੰ ਕੋਈ ਦੇਖ ਨਹੀਂ ਰਿਹਾ, ਉਹ ਪ੍ਰਮਾਤਮਾ ਨੂੰ ਕੁਝ ਨਹੀਂ ਜੇ ਪਤਾ, ਨਹੀਂ ਉਹ ਚੱਲਿਆ। ਸਤਿਗੁਰੂ ਰਵਿਦਾਸ ਮਹਾਰਾਜ ਜੀ ਫਰਮਾਉਂਦੇ ਨੇ, ਭਾਈ ਉਹ ਸਭ ਕੁਝ ਦੇਖ ਰਿਹਾ ਆ। ਧਰਮ ਰਾਏ ਜਬ ਲੇਖਾ ਮੰਗੇ, ਕਿਆ ਮੁਖ ਲੈ ਕੇ ਜਾਏਗਾ, ਰਾਮ ਸਿਮਰ ਪਛਤਾਏਗਾ। ਤੇ ਭਾਈ ਕਪਟ ਕਰਨ ਨਾਲ ਪ੍ਰਮਾਤਮਾ ਖੁਸ਼ ਨਹੀਂ ਜੀ ਹੁੰਦਾ। ਉਹ ਪ੍ਰਭੂ ਸੰਸਾਰ ਦਾ ਕਰਤਾ, ਘਟ ਘਟ ਦੀ ਜਾਣਨ ਵਾਲਾ ਹੈ। ਸਾਧ ਸੰਗਤ ਜੀ, ਤੇ ਸਤਿਗੁਰੂ ਰਵਿਦਾਸ ਮਹਾਰਾਜ ਜੀ ਉਚਾਰਨ ਕਰਦੇ ਨੇ ਕਿ ਪ੍ਰਭੂ ਦਾ ਸਿਮਰਨ ਕਰਨ ਨਾਲ ਜੀਵ ਦਾ ਮਨ ਸੱਚਾ ਹੋ ਜਾਂਦਾ ਆ। ਕਹਿ ਰਵਿਦਾਸ ਭਜੋ ਹਰ ਮਾਧੋ, ਸੇਵਕ ਹੋਵੇ ਮਨ ਸਾਚਾ। ਸੋ ਆਓ ਸਾਧ ਸੰਗਤ ਜੀ, ਅੱਜ ਦੇ ਪਾਵਨ ਤੇ ਪਵਿੱਤਰ ਸ਼ਬਦ ਵਿੱਚ ਸਤਿਗੁਰਾਂ ਨੇ ਸਾਨੂੰ ਇਹੀ ਸਮਝਾਇਆ ਹੈ ਕਿ ਭਾਈ ਅਸੀਂ ਕਰਮ ਸੁਧਾਰਨੇ ਨੇ, ਅਸੀਂ ਡੰਬਰਾ ਪਖੰਡਾਂ ਤੋਂ ਬਚਣਾ ਹੈ। ਸਾਧ ਸੰਗਤ ਜੀ, ਆਪ ਬਚਣਾ, ਆਪਣੇ ਬੱਚਿਆਂ ਨੂੰ ਬਚਾਉਣਾ ਆ। ਜਿੰਨੇ ਵੀ ਵਹਿਮ ਭਰਮ ਨੇ ਅਸੀਂ ਤਿਆਗਣੇ ਨੇ। ਸਾਧ ਸੰਗਤ ਜੀ, ਹੱਥਾਂ ਨਾਲ ਕਿਰਤ ਕਮਾਈ ਕਰਦੇ, ਜੀਵਾਂ ਨਾਲ ਉਸ ਪ੍ਰਮਾਤਮਾ ਦਾ ਸਿਮਰਨ ਕਰਨਾ ਆ। ਤੇ ਸਾਧ ਸੰਗਤ ਜੀ, ਜਦੋਂ ਅਸੀਂ ਸਤਿਗੁਰਾਂ ਦੇ ਅਨੁਸਾਰ ਆਪਣੇ ਜੀਵਨ ਨੂੰ ਢਾਲ ਲਵਾਂਗੇ, ਸਤਿਗੁਰ ਜੀ ਫਰਮਾਉਂਦੇ ਨੇ ਉਹ ਸਾਰੀ ਦੁਨੀਆ ਦਾ ਮਾਲਕ ਸਾਨੂੰ ਇਸ ਸਰੀਰ ਦੇ ਵਿੱਚੋਂ ਹੀ ਮਿਲ ਜਾਣਾ ਹੈ। ਅਪਤਨ ਕਾ ਜੋ ਕਰੈ ਵਿਚਾਰ, ਤਿਸ ਨਹੀਂ ਜਮ ਕੰਕਰ ਕਰੈ ਖੁਆਰ। ਕਿ ਭਾਈ ਜੋ ਆਪਣੇ ਸਰੀਰ ਦੀ ਵਿਚਾਰ ਕਰਦਾ, ਉਸਨੂੰ ਫਿਰ ਜਮਾਂ ਦਾ ਡਰ ਨਹੀਂ ਜੀ ਰਹਿੰਦਾ। ਸੋ ਆਓ ਪਾਵਨ ਪਵਿੱਤਰ ਅੰਮ੍ਰਿਤ ਬਾਣੀ ਨਾਲ ਜੁੜੀਏ। ਜੋ ਅੰਮ੍ਰਿਤ ਬਾਣੀ ਦੇ ਵਿੱਚ ਸਤਿਗੁਰੂ ਰਵਿਦਾਸ ਮਹਾਰਾਜ ਜੀ ਸਾਨੂੰ ਸਮਝਾ ਰਹੇ ਨੇ, ਉਸ ਰਸਤੇ ਤੇ ਚੱਲਣ ਦੀ ਕੋਸ਼ਿਸ਼ ਕਰੀਏ, ਤਾਂ ਜੋ ਸਾਡਾ ਜੋ ਜੀਵਨ ਹੈ ਉਹ ਸਫਲ ਹੋ ਸਕੇ। ਜਿੰਨੇ ਵੀ ਸਾਡੇ ਮਹਾਨ ਪੁਰਸ਼ ਹੋਏ ਨੇ ਸਾਧ ਸੰਗਤ ਜੀ, ਸਭਨਾਂ ਨੇ ਸਾਡਾ ਜੋ ਜੀਵਨ ਸਫਲ ਕਰਨ ਦਾ ਉਪਦੇਸ਼ ਬਖਸ਼ਿਆ ਆ। ਜਿਵੇਂ ਬਾਬਾ ਸਾਹਿਬ ਨੇ ਵੀ ਸਾਨੂੰ ਸਮਝਾਇਆ ਸੀ, ਪੜੋ ਜੁੜੋ ਸੰਘਰਸ਼ ਕਰੋ। ਇਹੀ ਸਾਨੂੰ ਸਤਿਗੁਰੂ ਰਵਿਦਾਸ ਮਹਾਰਾਜ ਜੀ ਸਮਝਾ ਕੇ ਗਏ ਸੀ। ਮਾਧੋ ਅਵਿਦਿਆ ਹਿਤ ਕੀਨ ਬਵੇਕ ਦੀਪ ਮਲੀਨ, ਸਤ ਵਿਦਿਆ ਕੋ ਪੜੈ ਪ੍ਰਾਪਤ ਕਰੈ ਸਦਾ ਗਿਆਨ, ਰਵਿਦਾਸ ਕਹੈ ਬਿਨ ਵਿਦਿਆ ਨਰ ਕੋ ਜਾਣ ਜਾਣ। ਕਿ ਹੇ ਜੀਵ, ਸਿੱਖਿਆ ਤੋਂ ਬਗੈਰ ਅਸੀਂ ਕੁਝ ਵੀ ਨਹੀਂ ਹੈ। ਸੋ ਭਾਈ ਆਪ ਸਿੱਖਿਅਕ ਹੋ, ਆਪਣੇ ਬੱਚਿਆਂ ਨੂੰ ਖੂਬ ਪੜਾਓ। ਤੇ ਸਾਧ ਸੰਗਤ ਜੀ, ਸਕੂਲਾਂ ਕਾਲਜਾਂ ਦੀ ਪੜ੍ਹਾਈ ਬਹੁਤ ਜ਼ਰੂਰੀ ਹੈ, ਤਾਂ ਜੋ ਬੱਚੇ ਸਾਡੇ ਤਰੱਕੀਆਂ ਮਾਣ ਸਕਣ। ਤੇ ਨਾਲ ਨਾਲ ਗੁਰਬਾਣੀ ਦਾ ਗਿਆਨ ਵੀ ਬਹੁਤ ਜ਼ਰੂਰੀ ਹੈ, ਤਾਂ ਜੋ ਸਾਡੇ ਬੱਚੇ ਵਹਿਮਾਂ ਭਰਮਾਂ ਡੰਬਰਾਂ ਪਖੰਡਾਂ ਦਾ ਸ਼ਿਕਾਰ ਨਾ ਹੋ ਜਾਣ। ਇਸ ਲਈ ਸਤਿਗੁਰਾਂ ਨੇ ਸਾਨੂੰ ਸਮਝਾਇਆ, ਮਾਧੋ ਅਵਿਦਿਆ ਹਿਤ ਕੀਨ। ਜਿਵੇਂ ਬਾਬਾ ਸਾਹਿਬ ਦਾ ਪਹਿਲਾ ਉਪਦੇਸ਼ ਸੀ, ਪੜੋ। ਸਤਿਗੁਰੂ ਰਵਿਦਾਸ ਮਹਾਰਾਜ ਜੀ ਸਮਝਾਉਂਦੇ ਨੇ, ਮਾਧੋ ਅਵਿਦਿਆ ਹਿਤ ਕੀਨ ਬਵੇਕ ਦੀਪ ਮਲੀਨ, ਸਤ ਵਿਦਿਆ ਕੋ ਪੜੈ ਪ੍ਰਾਪਤ ਕਰੈ ਸਦਾ ਗਿਆਨ, ਰਵਿਦਾਸ ਕਹੈ ਬਿਨ ਵਿਦਿਆ ਨਰ ਕੋ ਜਾਣ ਜਾਣ। ਬਾਬਾ ਸਾਹਿਬ ਦਾ ਦੂਸਰਾ ਉਪਦੇਸ਼ ਸੀ, ਜੁੜੋ। ਸਤਿਗੁਰੂ ਜੀ ਫਰਮਾਉਂਦੇ ਨੇ, ਸਤ ਸੰਗਤ ਮਿਲ ਰਹੀ ਹੈ ਮਾਧੋ ਜੈਸੇ ਮਧੂਮੱਖੀ ਦਾ। ਕਿ ਭਾਈ ਸੱਚ ਦੇ ਨਾਲ ਆਪਸ 'ਚ ਅਸੀਂ ਮਧੂਮੱਖੀਆਂ ਵਾਂਗੂ ਜੁੜ ਕੇ ਰਹਿਣਾ ਆ। ਤੇ ਜੁੜ ਕੇ ਕਰਨਾ ਕੀ ਹੈ ਸਾਧ ਸੰਗਤ ਜੀ? ਸੱਚ ਦੇ ਮਾਰਗ ਤੇ ਚੱਲਣਾ ਆ। ਸੰਘਰਸ਼ ਕਰੋ। ਪ੍ਰਾਧੀਨਤਾ ਪਾਪ ਹੈ ਜਾਣ ਲਿਓ ਰਮੀਤ, ਰਵਿਦਾਸ ਦਾਸ ਪ੍ਰਾਧੀਨ ਸੋ ਕੌਣ ਕਰੈ ਹੈ ਪ੍ਰੀਤ। ਕਿ ਭਾਈ ਗੁਲਾਮੀ ਖਤਮ ਕਰਨ ਵਾਸਤੇ, ਚਾਹੇ ਮਾਨਸਿਕ ਗੁਲਾਮੀ ਹੋਵੇ ਸਾਧ ਸੰਗਤ ਜੀ, ਚਾਹੇ ਸਰੀਰਕ ਗੁਲਾਮੀ ਹੋਵੇ, ਸਤਿਗੁਰੂ ਜੀ ਫਰਮਾਉਂਦੇ ਨੇ ਗੁਲਾਮੀ ਹਰ ਪ੍ਰਕਾਰ ਦੀ ਪਾਪ ਹੁੰਦੀ ਹੈ। ਪ੍ਰਾਧੀਨਤਾ ਪਾਪ ਹੈ ਜਾਣ ਲਿਓ ਰਮੀਤ। ਤੇ ਸਾਧ ਸੰਗਤ ਜਿਸ ਗੁਲਾਮੀ ਨੂੰ ਖਤਮ ਕਰਨ ਵਾਸਤੇ ਅਸੀਂ ਸੰਘਰਸ਼ ਕਰਨਾ ਆ। ਤੇ ਜਦੋਂ ਸੰਘਰਸ਼ ਕਾਮਯਾਬ ਹੋ ਗਿਆ, ਸਭ ਦਾ ਭਲਾ ਮੰਗਣਾ ਹੈ। ਐਸਾ ਚਾਹੂੰ ਰਾਜ ਮੈਂ, ਜਹਾਂ ਮਿਲੇ ਸਬਨ ਕੋ ਅਨ, ਛੋਟ ਬੜੇ ਸਭ ਸੰਬਸੈ, ਰਵਿਦਾਸ ਰਹਿ ਪ੍ਰਸੰਨ। ਪਰ ਕਾ ਬੁਰਾ ਨਾ ਰਾਖੋ ਚੀ, ਤੁਮਕੋ ਦੁੱਖ ਨਹੀਂ ਪਾਈ ਮੀਤ। ਕੇ ਭਾਈ ਸਭ ਦਾ ਭਲਾ ਸੋਚਿਆ ਕਰ। ਸਾਧ ਸੰਗਤ ਜੀ ਗੁਰਬਾਣੀ ਦਾ ਫਰਮਾਨ ਆ, ਜੋ ਸਭ ਦਾ ਭਲਾ ਸੋਚਦਾ ਹੈ, ਸਭ ਦਾ ਭਲਾ ਕਰਦਾ, ਮਾਲਕ ਸਭ ਤੋਂ ਪਹਿਲਾਂ ਉਸੇ ਦਾ ਹੀ ਭਲਾ ਕਰਦਾ। ਸੋ ਇੰਨੀਆਂ ਕੁ ਬੇਨਤੀਆਂ ਜਿਹਦੀਆਂ ਪ੍ਰਵਾਨ ਕਰਨਾ ਸਾਧ ਸੰਗਤ ਜੀ। ਹੋਈਆਂ ਭੁੱਲਾਂ ਚੁੱਕਾਂ ਦੀਆਂ क्षमा, ਜੋ ਤੇਰੀ ਸ਼ਰਨਾਗਤਾ ਤਿਨ ਨਾਹੀ ਭਾਰ, ਊਚ ਨੀਚ ਤੁਮ ਤੇ ਤਰਿਆਲੇ ਸੰਸਾਰ। ਸ਼ਲੋਕ ਹਰ ਸੋ ਹੀਰਾ ਛਾੜ ਕੇ ਕਰਹਿ ਆਨ ਕੀ ਆਸ,
ਤੇ ਨਰ ਦੋਜਕ ਜਾਹਿੰਗੇ ਸਤ ਪਾਖੈ ਰਵਿਦਾਸ। ਤੇ ਨਰ ਦੋਜਕ ਜਾਹਿੰਗੇ ਸਤ ਪਾਖੈ ਰਵਿਦਾਸ। ਜਪੋ ਜੀ ਸਤਨਾਮ 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 ਸੋਹੰ ਸਤਨਾਮ। ਜੋ ਬੋਲੇ ਸੋ ਨਿਰਭੈ। ਜਗਤ ਗੁਰੂ ਸਤਿਗੁਰੂ ਰਵਿਦਾਸ ਮਹਾਰਾਜ ਕੀ ਜੈ। ਜੈ ਗੁਰਦੇਵ ਧੰਨ ਗੁਰਦੇਵ। ਸਤਨਾਮ 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 ਸੋਹੰ ਸਤਨਾਮ।